ਅੱਜ ਜਲੰਧਰ ਦੇ ਪ੍ਰੈਸ ਕਲੱਬ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ। ਇਸ ਪ੍ਰੈਸ ਵਾਰਤਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕੱਲ ਪਟਿਆਲੇ ਵਿੱਚ ਜੋ ਕੁਝ ਵੀ ਹੋਇਆ ਉਸ ਵਿੱਚ ਸਿੱਧੇ ਤੌਰ ਤੇ ਇੰਟੈਲੀਜੈਂਸ ਜ਼ਿੰਮੇਵਾਰ ਹੈ। ਸਾਰੇ ਦੋਸ਼ੀ ਵਿਅਕਤੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੌਕੇ ਤੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਸ ਘਟਨਾ ਦੇ ਵਿੱਚ ਉਹਨਾਂ ਦੀ ਪਾਰਟੀ ਦਾ ਕੋਈ ਵੀ ਹੱਥ ਨਹੀਂ ਹੈ। ਸਿਮਰਨਜੀਤ ਸਿੰਘ ਮਾਨ ਨੇ ਉੱਥੇ ਇਸ ਮੌਕੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਪਿਛਲੇ ਦਿਨਾਂ ਵਿੱਚ ਸਿੱਖ ਸ਼ਖਸੀਅਤਾਂ ਨਾਲ ਮੀਟਿੰਗ ਕੀਤੀ ਗਈ। ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਉਹਨਾਂ ਸਿੱਖਾਂ ਦੇ ਨਾਲ ਮੀਟਿੰਗ ਕਰਨੀ ਚਾਹੀਦੀ ਸੀ ਜਿਨ੍ਹਾਂ ਨੂੰ ਸਿੱਖ ਕੌਮ ਦੇ ਮਸਲੇ ਪਤਾ ਨੇ। ਸਿਮਰਜੀਤ ਸਿੰਘ ਮਾਨ ਨੇ ਇਸ ਮੌਕੇ ਤੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਐਸਜੀਪੀਸੀ ਦੀਆਂ ਚੋਣਾਂ ਬਾਰੇ ਗੱਲ ਕਰਨੀ ਚਾਹੀਦੀ ਸੀ ਤੇ ਚੋਣ ਜਲਦ ਕਰਵਾਉਣ ਲਈ ਕਹਿਣਾ ਚਾਹੀਦਾ ਸੀ ਤੇ ਬਰਗਾੜੀ ਅਤੇ ਬਹਿਬਲ ਕਲਾਂ ਗੋਲੀकांड ਅਤੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਬਾਰੇ ਗੱਲਬਾਤ ਕਰਨੀ ਚਾਹੀਦੀ ਸੀ। ਇਸ ਮੌਕੇ ਤੇ ਸਿਮਰਜੀਤ ਸਿੰਘ ਮਾਨ ਨੇ ਸੁਮੇਲ ਸੈਣੀ ਨੂੰ ਜੋ ਜ਼ਮਾਨਤ ਮਿਲੀ ਹੈ ਉਸ ਤੇ ਵੀ ਇਤਰਾਜ਼ ਜ਼ਾਹਿਰ ਕੀਤਾ ਹੈ। ਬਿਊਰੋ ਰਿਪੋਰਟ HSN ਨਿਊਜ਼। ਚੱਲ ਪਿਆ ਜੀ। ਤੁਹਾਡੀ ਸਾਰਿਆਂ ਦੀ ਬਹੁਤ ਬਹੁਤ ਕਿਰਪਾ ਹੈ ਜਿਹੜਾ ਤੁਸੀਂ ਸਾਰੇ ਇੱਥੇ ਆਏ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੀ ਪਾਰਟੀ ਦਾ ਵਿਸ਼ਾ ਇਹ ਹੈ ਕਿ ਸਿੱਖ ਕੌਮ ਨੂੰ ਆਪਣੀ ਇੱਜ਼ਤ ਦਾ ਸਥਾਨ ਇੰਡੀਆ ਦੇ ਵਿੱਚ ਨਹੀਂ ਮਿਲ ਰਿਹਾ। ਪ੍ਰਾਈਮ ਮਿਨਿਸਟਰ ਨੇ ਵੀ ਕੱਲ ਮੀਟਿੰਗ ਸਿੱਖ ਲੀਡਰਸ ਦੇ ਨਾਲ ਕੀਤੀ ਹੈ। ਮੀਟਿੰਗ ਸਿੱਖ ਲੀਡਰਸ ਦੇ ਨਾਲ ਕਰਨੀ ਬਹੁਤ ਅੱਛੀ ਹੁੰਦੀ ਹੈ ਪ੍ਰਾਈਮ ਮਿਨਿਸਟਰ ਦੀ, ਪਰ ਜਿਹੜੇ ਸਿੱਖਾਂ ਦੇ ਇਸ਼ੂਜ਼ ਹੈਗੇ ਹੈ ਉਹ ਤਾਂ ਅਜੇ ਤੱਕ ਕੋਈ ਵੀ ਨਹੀਂ ਟੱਚ ਕਰ ਰਿਹਾ, ਜਿਹੜੀ ਬਹੁਤ ਅਫਸੋਸ ਦੀ ਗੱਲ ਹੈ। ਪਰ ਜੇ ਗੜਬੜ ਕੱਲ ਪਟਿਆਲੇ ਦੇ ਵਿੱਚ ਹੋਈ ਹੈ, ਆ ਇੱਕ ਬਹੁਤ ਵੱਡਾ ਅੰਗਰੇਜ਼ੀ ਦਾ ਪੇਪਰ ਕਹਿ ਰਿਹਾ ਹੈ ਕਿ ਇਹਦੀ ਵਜ੍ਹਾ ਹੈਗੀ ਹੈ ਕਿ ਜਿਹੜੇ ਧਾਰਮਿਕ ਤੇ ਸਿਆਸੀ ਬੰਦਿਆਂ ਤੋਂ ਕੋਲੋਂ ਸਿਕਿਉਰਿਟੀ ਖੋਈ ਗਈ ਹੈ ਉਹਨਾਂ ਨੇ ਗੜਬੜ ਕਰਾਈ ਹੈ। ਹੁਣ ਤੁਸੀਂ ਦੱਸੋ, ਜਿਹੜੇ ਇਹੋ ਜਿਹੇ ਲੀਡਰ ਹੈ ਜਿਹੜੇ ਸਿਕਿਉਰਿਟੀ ਦੇ ਨਾਲ ਹੀ ਚੱਲਦੇ ਹੈ, ਇਹਦਾ ਮਤਲਬ ਹੈ ਕਿ ਉਹਨਾਂ ਦੀ ਮੈਸ ਫੋਲੋਇੰਗ ਹੈ ਨਹੀਂ ਗੀ। ਜੇ ਮੈਸ ਫੋਲੋਇੰਗ ਹੋਵੇ ਤਾਂ ਉਹ ਸਿਕਿਉਰਿਟੀ ਨਾ ਮੰਗਣ। ਸੋ ਗੜਬੜ ਦਾ ਕਹਿਣਾ ਹੈ ਕਿ ਰਿਲੀਜੀਅਸ ਤੇ ਪੋਲੀਟੀਕਲ ਬੰਦੇ ਜਿਨ੍ਹਾਂ ਦੀ ਸਿਕਿਉਰਿਟੀ ਖੁੱਸ ਗਈ ਹੈ, ਬਤੌਰ ਮੈਨੂੰ ਐਜ਼ ਅ ਸਿੱਖ, ਐਜ਼ ਅ ਇੰਡੀਵਿਜੂਅਲ ਇਹ ਸਮਝ ਨਹੀਂ ਆਉਂਦੀ। ਫਿਰ ਜੇ ਸਿੱਖ ਇੰਡੀਆ ਦੇ ਵਿੱਚ ਸੈਟਿਸਫਾਈਡ ਹੈ, ਇਹ ਪੇਪਰ ਕਹਿੰਦਾ ਕਿ ਬਾਹਰ ਦੇ ਮੁਲਕਾਂ ਨੇ, ਪਾਕਿਸਤਾਨ, ਇਟਲੀ, ਕੈਨੇਡਾ ਤੇ ਅਮਰੀਕਾ ਨੇ ਗੜਬੜ ਦੇ ਵਿੱਚ ਹਿੱਸਾ ਲਿਆ। ਮੇਰਾ ਕਹਿਣ ਦਾ ਭਾਵ ਹੈ ਕਿ ਜੇ ਇੱਥੇ ਸਿੱਖ ਸੰਤੁਸ਼ਟੀ ਦੇ ਨਾਲ ਰਹਿ ਰਹੇ ਹੈ, ਫਿਰ ਬਾਹਰ ਦੇ ਮੁਲਕ ਸਿੱਖਾਂ ਨੂੰ ਕਿਉਂ ਭੜਕਾਉਣਗੇ। ਫਿਰ ਕੱਲ੍ਹ ਹੀ ਸੁਮੇਲ ਸੈਣੀ ਨੇ, ਜਿਸ ਨੇ ਸਿੱਖਾਂ ਦਾ ਕਤਲੇਆਮ ਕੀਤਾ ਹੈ, ਉਸ ਨੂੰ ਫਿਰ ਇੱਕ ਝਾਂਜੀਆ ਜੱਜ ਨੇ ਬੇਲ ਦੇ ਦਿੱਤੀ ਹੈ। ਉਦੋਂ ਪਹਿਲਾਂ ਜਿਹੜੇ ਹਾਈ ਕੋਰਟ ਦੇ ਜੱਜ ਸ਼ੇਖਵਾਦ ਸੀਗੇ, ਸਾਗਵਾਨ ਸੀਗੇ, ਇੱਕ ਬਜਾਜ ਸਾਹਿਬ ਸੀਗੇ, ਉਹ ਕਹਿੰਦੇ ਕਿ ਸੈਣੀ ਨੂੰ ਕੋਈ ਇੰਟਰੋਗੇਟ ਨਹੀਂ ਕਰ ਸਕਦਾ, ਤੇ ਬਜਾਜ ਸਾਹਿਬ ਨੇ ਆਰਡਰ ਦਿੱਤਾ ਕਿ ਸੈਣੀ ਨੂੰ ਜੇ ਇੰਟਰੋਗੇਟ ਕਰਨਾ ਹੈ, ਹਰਿਆਣੇ ਦੀ ਜੇਲ੍ਹ ਦੇ ਵਿੱਚ ਪੁਲਿਸ ਜਾ ਕੇ ਕਰੋ। ਹੁਣ ਜੇਲ੍ਹ ਦੇ ਵਿੱਚ ਜਿੱਥੇ ਸਰਕਾਰ ਆਪ ਸੈਣੀ ਨੂੰ ਪਨਾਹ ਦਿੰਦੀ ਹੋਵੇ, ਉੱਥੇ ਕਿਵੇਂ ਸੈਣੀ ਦੀ ਇੰਟਰੋਗੇਸ਼ਨ ਹੋ ਸਕਦੀ ਹੈ। ਇਹ ਜਿਹੜੀ ਸਿੱਖਾਂ ਦੇ ਧਾਰਮਿਕ ਮਸਲੇ ਹੈ, ਬਰਗਾੜੀ 2015 ਦੇ ਵਿੱਚ ਬਾਦਲ ਨੇ, ਸੁਖਬੀਰ ਸਿੰਘ ਨੇ, ਸੈਣੀ ਨੇ ਸਰਸੇ ਦੇ ਸਾਧ ਨਾਲ ਮਿਲ ਕੇ
ਸਾਡੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਬਰਗਾੜੀ ਵਿੱਚ ਤੇ ਨਾਲ ਦੇ ਪਿੰਡਾਂ ਵਿੱਚ ਕਰਵਾਈਆਂ ਸੀਗੀਆਂ। ਅਜੇ ਤੱਕ ਕੋਈ ਵੀ ਮੁਲਜ਼ਮ ਨਹੀਂ ਫੜਿਆ ਗਿਆ। ਫਿਰ SGPC ਉਹਦੇ ਸਾਡੇ ਇਲੈਕਸ਼ਨ ਨਹੀਂ ਹੋ ਰਹੇ। 12 ਸਾਲ ਹੋ ਗਏ ਹੈ ਕਿ ਸਿੱਖਾਂ ਦੀ ਜਿਹੜੀ ਪਾਰਲੀਮੈਂਟ ਹੈ, ਜਿਹਦੀ ਮਿਆਦ 5 ਸਾਲ ਹੁੰਦੀ ਹੈ, ਉਹਦੇ 12 ਸਾਲ ਤੋਂ ਇਲੈਕਸ਼ਨ ਨਾ ਹੋਣ ਤੇ ਫਿਰ ਸਿੱਖ ਕੌਮ ਦਾ ਜਿਹੜਾ ਜਮਹੂਰੀਅਤ ਹੱਕ ਹੈ ਇਹ ਕਿਉਂ ਖੋ ਕੇ ਰੱਖਿਆ ਹੋਇਆ? ਕੀ ਵਜ੍ਹਾ ਹੈ? ਤੇ ਮੋਦੀ ਸਾਹਿਬ ਨੇ ਸਿੱਖਾਂ ਨੂੰ ਕਿਉਂ ਨਹੀਂ ਦੱਸਿਆ? ਤੇ ਉਹ ਸਿੱਖਾਂ ਨੇ ਪੁੱਛਿਆ ਕਿਉਂ ਨਹੀਂ? ਕਿਉਂ ਕਰਕੇ ਉਹ ਸੱਦੇ ਹੋਏ ਪਾਲਤੂ ਕਬੂਤਰ ਹੈ, ਜਿਹੜੇ ਬੰਨੇ ਤੇ ਆਪਾਂ ਡਾਰੀ ਮਾਰ ਲਈਏ, ਮਰਵਾ ਦਈਏ, ਫਿਰ ਸ਼ਾਮ ਨੂੰ ਫਿਰ ਡਾਰੀ ਮਾਰ ਕੇ ਵਾਪਸ ਆ ਜਾਂਦੇ ਆ। ਇਹੋ ਜਿਹੇ ਸਿੱਖ ਲੀਡਰਸ ਦੇ ਨਾਲ ਆਪਣੀ ਕ੍ਰੈਡੀਬਿਲਿਟੀ ਗਵਾ ਦੇਣੀ ਤੇ ਜਿਹੜੇ ਮਸਲੇ ਹੈਗੇ ਆ ਅਸਲੀ, ਉਹਨਾਂ ਨੂੰ ਹੱਲ ਨਾ ਕਰਨਾ। ਤੇ 1984 ਦੇ ਵਿੱਚ ਜਿਹੜੀ ਕਤਲੇਆਮ ਹੋਈ ਹੈ, ਅਜੇ ਤੱਕ ਕੋਈ ਬੰਦਾ ਨਹੀਂ ਫੜਿਆ ਗਿਆ। ਜੈਨੋਸਾਈਡ ਹੋਈ ਹੈ, ਦਰਬਾਰ ਸਾਹਿਬ ਦੇ ਉੱਤੇ ਫੌਜ ਨੇ ਅਟੈਕ ਕੀਤਾ। ਇੰਡੀਅਨ ਫੌਜ ਨੇ, ਬਰਤਾਨੀਆ ਦੀ ਫੌਜ ਬੁਲਾਈ ਗਈ, ਸੋਵੀਅਤ ਯੂਨੀਅਨ ਦੀ ਫੌਜ ਬੁਲਾਈ ਗਈ। ਸਿੱਖ ਇੱਕ ਸਟੇਟਲੈਸ ਲੋਕ ਹੈਗੇ ਹੈ। ਜੇ ਪਾਕਿਸਤਾਨ ਦੇ ਨਾਲ ਲੜਾਈ ਹੁੰਦੀ ਹੈ, ਫਿਰ ਇੰਡੀਆ ਕਦੇ ਵੀ ਰੂਸ ਦੀ ਜਾਂ ਬਰਤਾਨੀਆ ਦੀ ਫੌਜ ਦੀ ਇਮਦਾਦ ਤਾਂ ਨਹੀਂ ਮੰਗਦਾ ਹੈਗਾ। ਜੇ ਚੀਨ ਦੇ ਨਾਲ ਲੜਾਈ ਹੁੰਦੀ ਹੈ ਤਾਂ ਵੀ ਇੰਡੀਆ ਅਪੀਲ ਨਹੀਂ ਕਰਦਾ ਬਰਤਾਨੀਆ ਨੂੰ ਤੇ ਰੂਸ ਨੂੰ ਕਿ ਸਾਡੀ ਇਮਦਾਦ ਕਰੋ। ਪਰ ਜੇ ਸਿੱਖ ਜਿਹੜੇ ਸਟੇਟਲੈਸ ਹੈ, ਉਹਨਾਂ ਦੇ ਨਾਲ ਜੰਗ ਤੁਸੀਂ ਕਰਨਾ ਹੈ ਤੇ ਫਿਰ ਤੁਸੀਂ ਬਾਹਰ ਦੀਆਂ ਫੌਜਾਂ ਕਿਉਂ ਮੰਗਾਈਆਂ? ਤੇ ਜਿਹੜੇ ਰੂਸ ਦੇ, ਬਰਤਾਨੀਆ ਦੇ ਇੱਥੇ ਲੀਡਰ ਆਉਂਦੇ ਹੈ, ਉਹਨਾਂ ਨੂੰ ਅਸੀਂ ਪੁੱਛਦੇ ਹਾਂ ਕਿ ਤੁਹਾਡਾ ਕੰਮ ਕੀ ਸੀ ਕਿ 1984 ਦੇ ਵਿੱਚ ਤੁਹਾਡੀਆਂ ਫੌਜਾਂ ਨੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਹੈ? ਉਹ ਬੋਲਦੇ ਹੀ ਨਹੀਂ ਹੈ। ਮੇਰਾ ਮਤਲਬ ਸਾਰੇ ਪਾਸਿਓਂ ਸਾਨੂੰ ਕੱਢਿਆ ਹੋਇਆ। ਤੇ ਫਿਰ ਇੰਟੈਲੀਜੈਂਸ ਨੂੰ ਕਿਉਂ ਨਹੀਂ ਪਤਾ ਲੱਗਿਆ ਕਿ ਕੱਲ ਗੜਬੜ ਹੋਊਗੀ? ਜੇ ਸਿੱਖ ਸੈਨਿਕ ਉੱਥੇ ਪਥਰਾਓ ਕਰਨਗੇ, ਸਿੱਖਾਂ ਦੇ ਪੁਤਲੇ ਸਾੜਨਗੇ, ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਸੀ। ਆਪਣੀ ਫੇਲੀਅਰ ਦਿਖਾ ਕੇ ਹੁਣ ਸਿੱਖਾਂ ਦਾ ਕਸੂਰ ਕੱਢਦੇ ਹੈ ਟ੍ਰਿਬਿਊਨ ਵਾਲੇ ਕਿ ਜੀ ਇਹ ਤਾਂ ਬਾਹਰ ਦੇ ਬੰਦੇ ਸੀਗੇ, ਇਟਲੀ, ਅਮਰੀਕਾ, ਕੈਨੇਡਾ ਦੇ, ਜਿਨ੍ਹਾਂ ਨੇ ਭੜਕਾਇਆ ਹੈਗਾ। ਤੇ ਜਿਹੜੇ ਲੀਡਰਾਂ ਤੋਂ, ਮਹਾਤਮਾ ਤੋਂ ਤੇ ਸਿਆਸੀ ਬੰਦਿਆਂ ਤੋਂ ਸਿਕਿਉਰਿਟੀ ਖੁੱਸ ਗਈ ਹੈ, ਉਹਨਾਂ ਨੇ ਕਰਾਇਆ। ਹੁਣ ਜਿਹੜੇ ਬੰਦਿਆਂ ਦੇ ਨਾਲ ਬੰਦੇ ਹੀ ਨਹੀਂ ਹੈ, ਉਹ ਕੱਲ੍ਹ ਦੀ ਦੁਰਘਟਨਾ ਕਿਉਂ ਕਰਾਉਣਗੇ? ਕਿਵੇਂ ਕਰਨਗੇ ਜੇ ਉਹ ਕਰਾਉਣ ਵੀ? ਸੋ ਮੈਨੂੰ ਨਹੀਂ ਸਮਝ ਆਉਂਦੀ ਕਿ ਸਾਨੂੰ ਸਿੱਖਾਂ ਨੂੰ ਇਟਲੀ, ਅਮਰੀਕਾ, ਪਾਕਿਸਤਾਨ, ਕੈਨੇਡਾ ਦੇ ਨਾਲ ਕਿਉਂ ਜੋੜਿਆ ਜਾ ਰਿਹਾ? ਹੁਣ ਜਦੋਂ ਰਾਮਨੌਮੀ ਦੇ ਵਿੱਚ ਦੰਗੇ ਹੋਏ ਮੁਸਲਮਾਨ ਤੇ ਹਿੰਦੂਆਂ ਦੇ, ਉਦੋਂ ਤਾਂ ਕਿਸੇ ਨੇ ਨਹੀਂ ਇਲਜ਼ਾਮ ਲਾਇਆ ਕਿ ਜੀ ਇਹ ਬਾਹਰ ਦੇ ਮੁਲਕ ਭੜਕਾਉਂਦੇ ਸੀਗੇ। ਪਾਕਿਸਤਾਨ ਦਾ ਜ਼ਰੂਰ ਨਾ ਆਇਆ, ਉਹਦਾ ਇਸ਼ਾਰਾ ਸੀਗਾ ਕਿ ਮੁਸਲਮਾਨਾਂ ਨੂੰ ਭੜਕਾ ਰਹੇ ਹੈ। ਪਰ ਜਦੋਂ ਸਿੱਖਾਂ ਨੂੰ, ਅਸੀਂ ਖੁਦ ਮੁਖਤਿਆਰ ਲੋਕ ਹੈਗੇ ਹਾਂ, ਸਿਊ ਜੈਨਰਸ ਸੋਵਰਨ ਪੀਪਲ, ਕਿ ਸਾਡਾ ਦਿਮਾਗ ਹੈ ਨਹੀਂ ਗਾ ਕਿ ਬਾਹਰ ਦੇ ਬੰਦਿਆਂ ਤੋਂ ਅਸੀਂ ਭੜਕਾਊ ਜਾਂਦੇ। ਹੁਣ ਜਿਹੜਾ ਮੈਂ ਚੀਜ਼ਾਂ ਕਹਿ ਰਿਹਾ, ਗੱਲ ਤਾਂ ਇੱਥੇ ਆਉਂਦੀ ਹੈ ਕਿ ਸਾਡੇ ਮਸਲਾ ਕੋਈ ਹੱਲ ਨਹੀਂ ਹੋਇਆ, ਸਾਡੀ ਜਮਹੂਰੀਅਤ ਖੋਈ ਗਈ ਹੈ। ਇਹ ਬਹੁਤ ਸੀਰੀਅਸ ਹੈ। ਜੇ ਮੈਜੋਰਿਟੇਰੀਅਨਸ ਦੀ ਜਮਹੂਰੀਅਤ
12 ਸਾਲ ਦੇ ਲਈ ਦਿੱਲੀ ਦੀ ਪਾਰਲੀਮੈਂਟ ਬੰਦ ਕੀਤੀ ਜਾਵੇ ਤਾਂ ਫਿਰ ਬਹੁਗਿਣਤੀ ਕਿਵੇਂ ਮਹਿਸੂਸ ਕਰੋਗੇ? ਬਹੁਗਿਣਤੀ ਨੇ ਸਿੱਖ ਦਾ ਹਿਰਦਾ ਕਦੇ ਚੀਰ ਕੇ ਦੇਖਿਆ ਹੈ ਕਿ ਸਾਡਾ ਮੈਜੋਰਿਟੇਰੀਅਨਸ ਦਾ ਤੇ ਸਿੱਖਾਂ ਦਾ ਹਿਰਦਾ ਇੱਕੋ ਹੀ ਹੈ ਤੇ ਦਰਦ ਇੱਕੋ ਜਿਹੀ ਹੁੰਦੀ ਹੈ ਸਿੱਖ ਨੂੰ ਜੇ ਮੈਜੋਰਿਟੇਰੀਅਨ ਦੀ ਪਾਰਲੀਮੈਂਟ ਦੇ ਇਲੈਕਸ਼ਨ 12 ਸਾਲ ਤੱਕ ਰੋਕੇ ਜਾਣ। ਪਰ ਇਹ ਕੋਈ ਦੇਖਦਾ ਹੀ ਨਹੀਂ ਹੈ, ਉੱਤੋਂ ਦੇ ਉੱਤੇ ਸਾਨੂੰ ਰਗੜਾ ਚੜ੍ਹ ਜਾਂਦੇ ਹੈ। ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਜੀ ਜਿਹੜੀਆਂ ਇਹ ਆਪਾਂ ਨੂੰ ਕਰਨੀਆਂ ਪੈਣੀਆਂ। ਤੇ ਜੱਜ ਜਿਹੜੇ ਹੈਗੇ ਸ਼ੇਖਵਾਲ, ਸਾਗਵਾਨ, ਬਜਾਜ ਤੇ ਕੋਈ ਜਿਹੜਾ ਹੋਰ ਮੈਂ ਨਾਂ ਲਿਆ ਹੈਗਾ, ਹਾਈ ਕੋਰਟ ਨੂੰ ਵੀ ਦੇਖਣਾ ਚਾਹੀਦਾ ਹੈ ਕਿ ਤੁਸੀਂ ਇੱਕਦਮ ਜਿਹੜੇ ਡਰੱਗ ਲੌਰਡਸ ਨੇ, ਜਿਹੜੇ ਨਸ਼ੇ ਵੇਚਦੇ ਹੈ, ਜੇ ਉਹ ਫੜੇ ਜਾਣ ਤੇ ਉਹ ਕਹਿੰਦੇ ਜੀ ਸਾਡੇ ਉੱਤੇ ਤਾਂ ਸਿਆਸੀ ਕੇਸ ਬਣਾਇਆ। ਹੁਣ ਸਿਆਸੀ ਕੇਸ ਕਿਵੇਂ ਬਣ ਗਿਆ? ਜੇ ਤੁਸੀਂ ਧੰਦਾ ਕਰਦੇ ਹੋ ਤੇ ਤੁਹਾਡੇ ਉੱਤੇ ਕੇਸ ਬਣਦੇ ਹੈ। ਤੇ ਜਿੰਨੇ ਵੀ ਬਦਮਾਸ਼ ਹੁੰਦੇ ਹੈ, ਮੈਂ ਪੁਲਿਸ ਆਫਿਸਰ ਰਿਹਾ, ਇਹ ਤਾਂ ਜਿਹੜੀ ਰੂਲਿੰਗ ਪਾਰਟੀ ਹੁੰਦੀ ਹੈ ਉਹਦੇ ਨਾਲ ਚੱਲਦੇ ਹੈ। ਇਹ ਕਿਸੇ ਦੇ ਸਕੇ ਨਹੀਂ ਹੁੰਦੇ। ਜਿਹਦੀ ਹੁਕੂਮਤ ਹੁੰਦੀ ਹੈ ਉਹਦੇ ਨਾਲ ਇਹ ਡਰੱਗ ਲੌਰਡ, ਬਦਮਾਸ਼ ਜਿੰਨੇ ਵੀ ਹੈ ਉਹ ਚੱਲਦੇ ਹੈ। ਤੇ ਇਹਦੇ ਵਿੱਚ ਸੁਪਰੀਮ ਕੋਰਟ ਵੀ ਬੇਲ ਦੇਈ ਜਾਂਦੀ ਹੈ, ਹਾਈ ਕੋਰਟ ਵੀ ਦੇਈ ਜਾਂਦੀ ਹੈ, ਫਿਰ ਕਹਿੰਦੀ ਹੈ ਲਾਅ ਐਂਡ ਆਰਡਰ ਖਰਾਬ ਹੋ ਗਿਆ। ਹੁਣ ਤੁਸੀਂ ਦੱਸੋ ਕਿ IB ਹੈ, ਰॉ ਵੀ ਹੈਗੀ ਹੈ, ਜਿਹੜੀ ਬਾਹਰ ਦੇ ਮੁਲਕਾਂ ਦੇ ਵਿੱਚ ਸਿੱਖਾਂ ਦੀ ਇਨਫੋਰਮੇਸ਼ਨ ਹਰੇਕ ਗੁਰਦੁਆਰੇ 'ਚੋਂ ਕਲੈਕਟ ਕਰਦੀ ਹੈ। ਇੱਥੋਂ ਦੀ CID ਹੈ, ਚੰਡੀਗੜ੍ਹ ਦੀ CID ਹੈ। ਇਹਨਾਂ ਨੇ ਇਤਲਾਹ ਕਿਉਂ ਨਹੀਂ ਸਰਕਾਰ ਨੂੰ ਦਿੱਤੀ ਕਿ ਪਟਿਆਲੇ ਦੇ ਵਿੱਚ ਗੜਬੜ ਹੋਊਗੀ? ਹੁਣ ਜਿਹੜੀ IB ਹੈ ਤੇ ਰॉ ਹੈ, ਮਿਲਟਰੀ ਇੰਟੈਲੀਜੈਂਸ ਹੈ, ਇਹਨਾਂ ਨੇ 2020 ਤੋਂ ਪਹਿਲਾਂ ਹਕੂਮਤ ਨੂੰ ਕਿਉਂ ਨਹੀਂ ਦੱਸਿਆ ਕਿ ਚੀਨੀਆਂ ਨੇ ਅਟੈਕ ਕਰਨਾ ਤੁਹਾਡੇ ਉੱਤੇ? ਫਿਰ ਇਹ ਏਜੰਸੀਜ਼ ਨੇ ਕਿਉਂ ਨਹੀਂ ਦੱਸਿਆ ਹਕੂਮਤ ਨੇ ਕਿ ਅਮਰੀਕਾ ਨੇ ਇੱਕਦਮ ਅਫਗਾਨਿਸਤਾਨ ਨੂੰ ਛੱਡ ਜਾਣਾ ਹੈ ਤੇ ਤੁਸੀਂ ਜਿੰਨੇ ਵੀ ਇੰਡੀਅਨਸ ਹੈਗੇ ਆ, ਹਿੰਦੂ, ਸਿੱਖ, ਉਹਦੇ ਤੋਂ ਪਹਿਲਾਂ ਇਹਨਾਂ ਨੂੰ ਬਾਹਰ ਕੱਢੋ। ਫਿਰ ਇਹ ਵੀ ਤੁਹਾਨੂੰ ਵੀ ਤੇ ਮੈਨੂੰ ਵੀ, ਪਰ IB, ਰॉ, ਮਿਲਟਰੀ ਇੰਟੈਲੀਜੈਂਸ ਤੇ ਜਿੰਨੇ ਵੀ ਸਾਡੇ ਸਫੀਰਖਾਨੇ ਹੈ IFS ਦੇ, ਉਹਨਾਂ ਨੇ ਕਿਉਂ ਨਹੀਂ ਦੱਸਿਆ ਕਿ ਰੂਸ ਯੂਕਰੇਨ ਦੇ ਉੱਤੇ ਹਮਲਾ ਕਰੂਗੀ ਤੇ ਜਿੰਨੇ ਵੀ ਇੰਡੀਅਨ ਡਾਕਟਰਸ ਨੇ, ਗਵਰਨਮੈਂਟ ਆਫ ਇੰਡੀਆ, ਉਹਨਾਂ ਨੂੰ ਬਾਹਰ ਕੱਢ ਲਏ ਉਹਦੇ ਤੋਂ ਪਹਿਲਾਂ। ਹੁਣ ਇੰਨਾ ਮੈਸਿਵ ਫੇਲੀਅਰ ਹੈ ਸਰਕਾਰ ਦਾ ਤੇ ਨਾਂ ਲਾਈ ਜਾਣਾ ਸਿੱਖਾਂ ਦਾ। ਤੇ ਦੇਖੋ ਅਮਿਤ ਸ਼ਾਹ ਨੇ ਤੇ ਸੈਂਟਰ ਹੋਮ ਸੈਕਟਰੀ ਨੇ, ਮਿਸਟਰ ਭੱਲੇ ਨੇ, ਰਾਮਨਵਮੀ ਤੋਂ ਪਹਿਲਾਂ ਕਿਉਂ ਨਹੀਂ ਸਾਰੀਆਂ ਸਟੇਟਸ ਨੂੰ ਦੱਸਿਆ ਕਿ ਡਰ ਹੈਗਾ ਦੰਗੇ ਹੋਣਗੇ? ਤੇ ਤੁਸੀਂ ਚੌਕਸੀ ਵਧਾ ਦਿਓ। ਤੇ ਫਿਰ ਕੀ ਮਤਲਬ ਸੀ ਕਿ BJP ਤੇ RSS ਤੇ ਸ਼ਿਵ ਸੈਨਾ ਦੇ ਲੋਕ ਰਾਮਨਵਮੀ ਦੇ ਜਲੂਸ ਦੇ ਵਿੱਚ ਮਸੀਤਾਂ ਦੇ ਉੱਤੇ ਭਗਵੇਂ ਰੰਗ ਦੇ ਝੰਡੇ ਚਾੜ ਰਹੇ ਸੀਗੇ। ਅੱਛਾ, ਹੁਣ ਜਦੋਂ ਖਤਮ ਹੋਏ ਰਾਮਨਵਮੀ ਦੇ, ਫੜੇ ਸਾਰੇ ਮੁਸਲਮਾਨ ਨੇ ਝੰਡੇ, BJP RSS ਨੇ ਚੜਾਏ ਹੈ, ਫੜੇ ਸਾਰੇ ਮੁਸਲਮਾਨ ਨੇ। ਅਸੀਂ ਫਿਰ ਕਿੱਥੇ ਮਾਈਨੋਰਿਟੀਜ਼ ਕਿੱਥੇ ਜਾਈਏ? ਹੁਣ 20 ਕਰੋੜ ਮੁਸਲਮਾਨ ਹੈ, ਜੇ ਉਹਦੇ ਨਾਲ ਛੇੜਖਾਨੀ ਕਰੀ ਜਾਓਗੇ ਉਸਨੇ ਤਾਂ ਕੋਈ ਨਾ ਕੋਈ ਜਵਾਬ ਦਊਗਾ। ਤੇ ਤੁਹਾਡੀ ਮਿਲਟਰੀ ਕੀ ਕਰ ਰਹੀ ਹੈ? ਉਹ ਬਾਰਡਰ ਕਿਉਂ ਨਹੀਂ ਸਾਂਭ ਸਕਦੀ? ਕਿਉਂ ਕਰਕੇ ਉਸ ਨੂੰ ਇੰਡੀਆ ਨੇ ਆਪਣੀ ਇੰਟਰਨਲ ਸਿਕਿਉਰਿਟੀ ਦੇ ਉੱਤੇ ਲਾਇਆ ਹੋਇਆ। ਲਦਾਖ ਦੇ ਵਿੱਚ, ਕਸ਼ਮੀਰ ਦੇ ਉੱਤੇ,
ਪਾਕਿਸਤਾਨ ਤੇ ਪੰਜਾਬ ਦੇ ਉੱਤੇ BSF ਦਾ ਵੀ ਦਾਇਰਾ 50 ਕਿਲੋਮੀਟਰ ਅੰਦਰ ਪੰਜਾਬ ਦੇ ਕਰਤਾ ਹੈ। ਕੀ ਸਿੱਖ ਗੜਬੜ ਕਰਨਗੇ? ਕਿਹੜੀ ਗੜਬੜ ਕੀਤੀ ਹੈ ਜੀ ਸਿੱਖਾਂ ਨੇ? ਐਵੇਂ ਸਿੱਖਾਂ ਦਾ ਨਾਮ ਬਦਨਾਮ ਕਰੀ ਜਾਣਾ। ਮੈਂ ਤਾਂ ਪ੍ਰਾਈਮ ਮਿਨਿਸਟਰ ਨੂੰ ਸਲਾਹ ਦਿੰਦਾ ਕਿ ਜਿਹੜੀ ਫੌਜ ਹੈ, ਆਰਮੀ ਹੈ, ਇਸ ਨੂੰ ਤੁਸੀਂ ਡਿਫੈਂਸ ਮਿਨਿਸਟਰੀ ਤੋਂ ਕੱਢ ਕੇ ਯੂਨੀਅਨ ਹੋਮ ਮਿਨਿਸਟਰੀ ਥੱਲੇ ਲਾ ਦਿਓ। ਕਿਉਂ? ਕਰਕੇ ਬਾਰਡਰ ਦੀ ਰੱਖਿਆ ਤਾਂ ਕਰ ਨਹੀਂ ਰਹੀ। ਇਹ ਤਾਂ ਇੰਡੀਆ ਦੇ ਵਿੱਚ ਜਿਹੜੀ ਗੜਬੜ ਹੈ, ਛੱਤੀਸਗੜ੍ਹ ਦੇ ਵਿੱਚ ਕਹਿ ਦਿੰਦੇ ਆ ਕਿ ਜੀ ਜਿਹੜੇ ਆਦਿਵਾਸੀ ਹੈ ਉਹ ਆਪਣੇ ਹੱਕ ਮੰਗਦੇ ਹੈ। ਵੱਡੇ ਵੱਡੇ ਬਿਜ਼ਨਸਮੈਨ ਕਹਿੰਦੇ ਹੈ ਕਿ ਇਹ ਜੰਗਲਾਂ ਵਿੱਚ ਰਹਿਣ ਵਾਲੇ ਬੰਦੇ ਹੈ, ਇਹਨਾਂ ਦੇ ਜਿੰਨੇ ਵੀ ਸੋਮੇ ਹੈਗੇ ਹੈ, ਪਾਣੀ ਹੈਗਾ, ਹੀਰੇ ਜਵਾਹਰ ਹੈ, ਸੋਨਾ ਹੈ, ਲੱਕੜ ਹੈ, ਉਹ ਕੱਢ ਲਈਏ। ਉਹ ਵਿਚਾਰੇ ਔਖੇ ਹੈ। ਉਹਨਾਂ ਨੂੰ ਕਹਿੰਦੇ ਇਹ ਮਾਓਵਾਦੀ ਹੈ ਤੇ ਨਕਸਲਾਈਟ ਹੈ, ਜਿਹਦਾ ਮਤਲਬ ਹੈ ਕਿ ਸਰਕਾਰ ਨੂੰ ਬਹਾਨਾ ਮਿਲ ਜਾਂਦਾ ਹੈ ਕਿ ਇਹਨਾਂ ਨੂੰ ਮਾਰੋ ਗੋਲੀ। ਹੁਣ ਠਾਕਰ ਸਾਹਿਬ ਆਪਣੇ ਸੈਂਟਰ ਦੇ ਇਨਫੋਰਮੇਸ਼ਨ ਮਿਨਿਸਟਰ ਨੇ, ਉਹ ਕਹਿੰਦੇ ਹੈ, ਕੀ ਕਹਿੰਦੇ ਹੈ, देश के गद्दारों को गोली मारो सालों को। ਹੁਣ ਜੇ ਦੇਸ਼ ਦੇ ਗਰਦਾਰ ਠਾਕਰ ਸਾਹਿਬ ਦੇ ਸਾਲੇ ਹੈ ਤੇ ਮਿਸਿਸ ਠਾਕੁਰ ਨੂੰ ਆਬਜੈਕਸ਼ਨ ਕਰਨਾ ਚਾਹੀਦਾ ਹੈ ਕਿ ਭਾਈ ਤੂੰ ਇਹ ਮੇਰੇ ਵੀਰਾਂ ਨੂੰ ਗਾਲਾਂ ਕੱਢੀ ਜਾਂਦਾ, ਗੋਲੀ ਮਾਰ ਲੈਂਦੀ ਨਹੀਂ। ਨਾ ਮੋਦੀ ਸਾਹਿਬ ਬੋਲਦੇ ਹੈ, ਨਾ ਬੋਲਦੇ ਅਮਿਤ ਸ਼ਾਹ ਜੀ, ਨਾ ਭੱਲਾ ਜੀ ਜਿਹੜੇ ਹੋਮ ਸੈਕਟਰੀ ਹੈ। ਅੱਛਾ, ਇੰਨਾ ਮੈਸਿਵ ਫੇਲੀਅਰ ਹੋ ਗਿਆ ਇੰਟੈਲੀਜੈਂਸ ਦਾ, ਯੂਨੀਅਨ ਹੋਮ ਸੈਕਟਰੀ ਮਿਸਟਰ ਭੱਲੇ ਨੂੰ ਵੀ 1 ਸਾਲ ਨੌਕਰੀ ਹੋਰ ਵਧਾ ਦਿੱਤੀ ਹੈ। ਉਹਨੇ ਰਿਟਾਇਰ ਹੋ ਜਾਣਾ ਸੀਗਾ। ਰॉ ਦਾ ਜਿਹੜਾ ਡਾਇਰੈਕਟਰ ਹੈ ਉਹਨੇ ਵੀ ਰਿਟਾਇਰ ਹੋਣਾ ਸੀਗਾ, ਉਹਨੂੰ 1 ਸਾਲ ਦੀ ਹੋਰ ਅਮੋਲਤ ਦੇਤੀ ਹੈ। IP ਦਾ ਡਾਇਰੈਕਟਰ ਨੇ ਰਿਟਾਇਰ ਹੋਣਾ ਸੀ, ਉਸ ਨੂੰ 1 ਸਾਲ ਨੌਕਰੀ ਹੋਰ ਵਧਾਤੀ ਹੈ। ਤਾਂ ਮੇਰਾ ਮਤਲਬ ਹੈ ਕਿ ਜੇ ਤੁਸੀਂ ਨਲਾਇਕਾਂ ਨੂੰ ਅੱਗੇ ਲੈ ਕੇ ਆਓਗੇ, ਤੁਸੀਂ ਤਾਂ ਫਿਰ ਨਲਾਇਕੀ ਨੂੰ ਵਧਾਵਾ ਦੇ ਰਹੇ ਹੋ। ਤੁਹਾਡੇ ਵਿੱਚ ਕੋਈ ਆਪਣੀ ਦੇਸ਼ ਭਗਤੀ ਤਾਂ ਹੈ ਨਹੀਂ ਗੀ। ਹੁਣ ਦੇਸ਼ ਭਗਤੀ ਕਿੱਥੋਂ ਆਊਗੀ ਜਦੋਂ ਸਾਡੇ ਹਿੰਦੂ ਵੀਰ ਨੇ ਇਤਿਹਾਸ ਦੇ ਵਿੱਚ ਰਾਜ ਨਹੀਂ ਕੀਤਾ ਕਦੇ। ਯੋਧਿਆਂ ਦਾ ਨਾਮ ਸੁਣਦੇ ਹੈ, ਉਸ ਤੋਂ ਬਾਅਦ ਤਾਂ 1947 ਤੋਂ ਬਾਅਦ ਆਇਆ। ਫਿਰ ਇਹ ਇੱਡੀ ਵੱਡੀ ਕੰਟਰੀ ਨੂੰ ਕਿਵੇਂ ਸਾਂਭੂਗਾ, ਕਿਵੇਂ ਕਰੂਗਾ? ਤਜਰਬਾ ਪਿੱਛੇ ਹੈ ਨਹੀਂ ਗਾ। 1962 ਦੇ ਵਿੱਚ 40,000 ਸਕੁਅਰ ਕਿਲੋਮੀਟਰ ਇੰਡੀਆ ਨੇ ਲਦਾਖ ਦਾ ਏਰੀਆ ਚੀਨ ਨੂੰ ਦੇਤਾ। 2020 'ਚ 900 ਸਕੁਅਰ ਕਿਲੋਮੀਟਰ ਫਿਰ ਚੀਨ ਨੂੰ ਲਟਾਤਾ। ਉਹਦੀ ਗੱਲ ਤਾਂ ਕੋਈ ਪ੍ਰੈਸ ਨਹੀਂ ਕਰਦਾ, ਕੋਈ ਕੁਛ ਨਹੀਂ ਕਰਦਾ। ਕਿਉਂ? ਕਰਕੇ ਉਹ ਤਾਂ ਬਹੁਤ ਬੇਸ਼ਰਮੀ ਦੀ ਗੱਲ ਹੈ ਕਿ ਤੁਹਾਡੀ ਫੌਜ ਪਤਾ ਨਹੀਂ ਬੁੱਢੀ ਹੋ ਗਈ ਹੈ, ਪੁਰਾਣੀ ਹੋ ਗਈ ਹੈ। 67% ਤਿੰਨੇ ਫੌਜ, 에ਅਰਫੋਰਸ, ਨੇਵੀ ਤੇ ਫੌਜ ਦਾ ਜਿਹੜਾ ਅਸਲਾ ਹੈ 67%